ਭਗਤ ਵਤਸਲ ਕਿਰਪਾ ਨਿਧਾਨ, ਜੁਗੋ ਜੁਗ ਅਟਲ। ਅਨਾਥ ਨਾਥ ਕਲ ਜੁਗ ਕੇ ਬੋਹਿਥ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਹਾਨ ਪਾਵਨ ਪਵਿੱਤਰ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ ਵਿੱਚ ਇਕੱਤਰ ਹੋ ਕੇ ਹਰ ਜਸ ਸਰਵਣ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾਲਤਾ ਕਰਕੇ ਸਾਨੂੰ ਆਪਣੇ ਪਾਵਨ ਸਥਾਨਾਂ ਦੀ ਚਰਨ ਸ਼ਰਨ ਬਖਸ਼ੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਰਹਿਮਤ ਕਰ ਰਹੇ ਨੇ, ਜਿੱਥੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਹੀ ਪਵਿੱਤਰ ਗੁਰਬਾਣੀ ਦੇ ਜਾਪ, ਸੁਖਮਨੀ ਸਾਹਿਬ ਦੇ ਪਾਠ, ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਪ੍ਰਵਾਹ ਚੱਲੇ ਹਨ। ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਜੋ ਹੈ, ਪਵਿੱਤਰ ਲੜੀਵਾਰ ਗੁਰਬਾਣੀ ਦੀ ਵਿਚਾਰ ਦਾ ਸਮਾਂ ਸਾਨੂੰ ਮਹਾਰਾਜ ਜੀ ਨੇ ਬਖਸ਼ਿਆ ਹੈ। ਆਓ ਸਾਹਿਬਾਂ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਨਾਲ ਜੁੜਨ ਦੇ ਵਾਸਤੇ ਇਕਾਗਰਤਾ ਬਖਸ਼ੀਏ। ਸਤਿਗੁਰੂ ਮਹਾਰਾਜ ਦੇ ਚਰਨ ਕਮਲਾਂ ਦਾ ਧਰੋ ਧਿਆਨ, ਰਸਨਾ ਕਰੋ ਪਵਿੱਤਰ। ਜਿੱਥੇ ਵੀ ਸਰੀਰ ਕਰਕੇ ਹਾਜ਼ਰੀ ਭਰ ਰਹੇ ਹੋ, ਸੁਰਤ ਕਰਕੇ ਗੁਰੂ ਦਰਬਾਰਾਂ ਵਿੱਚ ਜੁੜਦਿਆਂ ਹੋਇਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹਲਾ ਪੰਜਵਾ। ਕੌਣ ਸੁਖ ਮੁਕਤ, ਕੌਣ ਸੁਖ ਜੁਗਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 131 ਦੇ ਉੱਤੇ ਅੱਜ ਦਾ ਉਪਦੇਸ਼ ਸੁਭਾਇਮਾਨ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਬਾਗ, ਜਿੱਥੇ ਮੰਜੀ ਸਾਹਿਬ ਹੁਣ ਸੁਭਾਇਮਾਨ ਹੈ, ਉੱਥੇ ਦੀਵਾਨ ਸਜਾ ਕੇ ਮਹਾਰਾਜ ਸੁਸ਼ੋਭਿਤ ਹੋ ਰਹੇ ਸੀ ਗੁਰੂ ਅਰਜਨ ਦੇਵ ਸਾਹਿਬ। ਤੇ ਸਤਿਗੁਰਾਂ ਦੇ ਕੋਲੋਂ ਸਿੱਧ ਆਏ, ਜਿਵੇਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵਿਚਰ ਰਹੇ ਸਨ, ਗੁਰੂ ਸਾਹਿਬ ਕੋ ਵੀ ਸਿੱਧ ਆਉਂਦੇ ਰਹਿੰਦੇ ਸੀ। ਸਿੱਧ ਲੋਕ ਉਹ ਜਿਨ੍ਹਾਂ ਵੱਡੀਆਂ ਕਮਾਈਆਂ ਕੀਤੀਆਂ, ਬਹੁਤ ਸ਼ਕਤੀਆਂ ਦੇ ਮਾਲਕ, ਉਹਨਾਂ ਨੂੰ ਸਿੱਧ ਕਹਿੰਦੇ ਨੇ। ਫਿਰ ਗੁਰੂ ਅੰਗਦ ਸਾਹਿਬ ਕੋਲ ਆਏ ਤੀਸਰੇ ਸਤਿਗੁਰਾਂ ਕੋਲ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲੋਂ ਵੀ ਉਹ ਸਿੱਧ ਲੋਕ ਆਏ ਤੇ ਗਰੀਬ ਨਵਾਜ਼ ਸਤਿਗੁਰਾਂ ਨੂੰ ਉਹਨਾਂ ਸਵਾਲ ਕੀਤੇ। ਜਿਹੜੇ ਉਹਨਾਂ ਨੇ ਸਵਾਲ ਕੀਤੇ ਹੈ, ਆਮ ਜਿਹੜਾ ਜਗਿਆਸੂ ਭਾਵਨਾ ਵਾਲਾ ਹੈ, ਉਹਦੇ ਵੀ ਇਹੋ ਜਿਹੇ ਕਈ ਸਵਾਲ ਹੋ ਸਕਦੇ ਨੇ। ਉਹਨਾਂ ਮਹਾਰਾਜ ਨੂੰ ਸਵਾਲ ਕੀਤੇ ਜਿਨ੍ਹਾਂ ਦੀ ਗਿਣਤੀ 24 ਹੈ ਤੇ 24 ਸਵਾਲਾਂ ਦੇ ਫਿਰ 24 ਹੀ ਉੱਤਰ ਗੁਰੂ ਪਾਤਸ਼ਾਹ ਨੇ ਬਖਸ਼ੇ। ਜਿਹੜੇ ਸਿੱਧਾਂ ਨੇ ਸਵਾਲ ਕਹੇ, ਉਹ ਆਪਣੇ ਮੁਖੋਂ ਮਹਾਰਾਜ ਨੇ ਬਾਣੀ ਦੇ ਰੂਪ ਉਚਾਰ ਕੇ ਪਹਿਲਾਂ 24 ਸਵਾਲ ਕਹੇ ਨੇ ਅਤੇ ਫਿਰ ਉਹਨਾਂ 24 ਦਾ ਉੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ 4 ਪੌੜੀਆਂ 'ਚ ਉੱਤਰ ਦਿੱਤਾ। 4 'ਚ ਸਵਾਲ ਨੇ ਤੇ ਇਹ 9ਵੀਂ ਪੌੜੀ ਦੇ ਵਿੱਚ ਨੇ ਮਹਾਰਾਜ ਨੇ ਇੱਕ ਸ਼ਬਦ ਦੇ ਵਿੱਚ 24 ਸਵਾਲ ਲੈ ਕੇ ਉਹਨਾਂ ਦੇ ਉੱਤਰ ਦਿੱਤੇ ਹਨ। ਮਹਲਾ ਪੰਜਵਾਂ। ਮਾਝ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਕੌਣ ਸੁਖ ਮੁਕਤ, ਕੌਣ ਸੁਖ ਜੁਗਤ। ਹਾਂ, ਪਹਿਲਾ ਪ੍ਰਸ਼ਨ ਇਹ ਹੈ ਵੀ ਹੇ ਗੁਰੂ ਅਰਜਨ ਦੇਵ ਸਾਹਿਬ ਜੀ, ਆਪ ਦੱਸੋ
ਵੀ ਸੋ ਉਹ ਪੁਰਖ ਕੌਣ ਕਿਹੜਾ ਹੈ ਜੋ ਮੁਕਤ ਰੂਪ ਹੈ, ਜਿਹਦੇ ਮਾਇਆ ਦੇ ਬੰਧਨ ਜਾਲ ਹਨ, ਉਹਨਾਂ ਜੰਜਾਲਾਂ ਤੋਂ ਬਚਿਆ ਹੋਇਆ ਮੁਕਤ ਰੂਪ ਕੌਣ ਹੈ। ਪਹਿਲਾ ਸਵਾਲ ਇਹ ਹੈ, ਕੌਣ ਸੋ ਮੁਕਤਾ, ਵੀ ਸੋ ਤੋਂ ਭਾਵ ਉਹ ਕੌਣ ਤੋਂ ਭਾਵ ਕੌਣ ਹੈ ਪੁਰਖ ਜਿਹੜਾ ਮੁਕਤ ਰੂਪ ਹੈ। ਦੂਸਰਾ ਸਵਾਲ ਹੈ, ਕੌਣ ਸੋ ਜੁਗਤਾ, ਤੇ ਮਹਾਰਾਜ ਜੀ ਉਹ ਕੌਣ ਪੁਰਖ ਹੈ ਜਿਹੜਾ ਜੁਗਤਾ ਨਾਮ ਜੁੜਨਦਾ ਹੈ, ਜਿਹੜਾ ਜੁਗਾਂ ਜੁਗਾਂ ਤੋਂ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ, ਉਹ ਕੌਣ ਹੈ। ਕੌਣ ਸੋ ਗਿਆਨੀ, ਕੌਣ ਸੋ ਭਗਤ, ਕੌਣ ਸੋ ਗਿਆਨੀ। ਫਿਰ ਤੀਸਰਾ ਪ੍ਰਸ਼ਨ ਕਰਦੇ ਨੇ, ਕਹਿੰਦੇ ਮਹਾਰਾਜ ਉਹ ਕੌਣ ਹੈ ਜੋ ਸੋ ਸ੍ਰੇਸ਼ਟ ਸਰੂਪ ਦਾ ਗਿਆਨੀ ਗਿਆਨਵਾਨ ਹੈ। ਕਿਉਂਕਿ ਗਿਆਨੀ ਤਾਂ ਬਹੁਤ ਨੇ ਸੰਸਾਰ ਵਿੱਚ, ਗਿਆਨ ਤੇ ਕਈ ਚੀਜ਼ਾਂ ਦਾ ਹੋ ਸਕਦਾ, ਪਰ ਸੋ ਤੋਂ ਭਾਵ ਸ੍ਰੇਸ਼ਟ ਗਿਆਨੀ, ਸ੍ਰੇਸ਼ਟ ਗਿਆਨੀ ਭਾਵ ਵਾਹਿਗੁਰੂ ਦੇ ਸਰੂਪ ਦਾ ਗਿਆਨਵਾਨ ਮਹਾਰਾਜ ਜੀ ਕੌਣ ਹੈ। ਇਹ ਤੀਸਰਾ ਪ੍ਰਸ਼ਨ ਹੈ। ਤੇ ਚੌਥਾ ਸਵਾਲ ਕਰਦੇ ਨੇ, ਕੌਣ ਸੋ ਬਖਤਾ, ਵੀ ਹੇ ਮਹਾਰਾਜ ਜੀ ਉਹ ਆਪ ਕਿਰਪਾ ਕਰਕੇ ਦੱਸੋ ਵੀ ਉਹ ਕੌਣ ਪੁਰਖ ਹੈ ਜੋ ਸੋ ਸ੍ਰੇਸ਼ਟ ਬਖਤਾ ਹੈ। ਬਖਤਾ ਭਾਵ ਵਿਆਖਿਆਕਾਰ, ਵਿਖਿਆਨ ਕਰਨ ਵਾਲਾ। ਵਿਖਿਆਨ ਤਾਂ ਬਹੁਤ ਲੋਕ ਕਰਦੇ ਨੇ, ਪਰ ਸ੍ਰੇਸ਼ਟ ਵਿਆਖਿਆਕਾਰ ਮਹਾਰਾਜ ਜੀ ਕੌਣ ਹੈ। ਕੌਣ ਸੋ ਗਿਰਹੀ, ਕੌਣ ਉਦਾਸੀ। ਪੰਜਵਾਂ ਸਵਾਲ ਸਿੱਧਾ ਨੇ ਕੀਤਾ ਹੈ ਪੰਚਮ ਪਾਤਸ਼ਾਹ ਜੀ, ਕੌਣ ਸੋ ਗਿਰਹੀ, ਆਪ ਜੀ ਕਿਰਪਾ ਕਰਕੇ ਦੱਸੋ ਵੀ ਗ੍ਰਸਤੀ ਤਾਂ ਹੈ ਨਾ ਸੰਸਾਰ ਵਿੱਚ, ਪਰ ਸੋ ਸ੍ਰੇਸ਼ਟ ਜਿਹੜਾ ਗ੍ਰਹੀ ਜਿਹੜਾ ਗ੍ਰਸਤੀ ਹੈ, ਸ੍ਰੇਸ਼ਟ ਗ੍ਰਸਤੀ ਕੌਣ ਹੈ ਜੋ ਘਰ ਪਰਿਵਾਰ ਵਾਲਾ ਹੈ। ਅਤੇ ਛੇਵਾਂ ਸਵਾਲ ਕੀਤਾ, ਕੌਣ ਉਦਾਸੀ, ਵੀ ਮਹਾਰਾਜ ਜੀ ਉਹ ਆਪ ਕਿਰਪਾ ਕਰਕੇ ਦੱਸੋ ਵੀ ਉਹ ਉਦਾਸੀ ਪੁਰਖ ਕੌਣ ਹੈ, ਜਿਹੜਾ ਉਦਾਸਵਾਨ ਹੈ ਸੰਸਾਰ ਦੇ ਵਿੱਚ, ਉਦਾਸੀ ਕੌਣ ਹੈ। ਕੌਣ ਸੋ ਕੀਮਤ ਪਾਈ ਜੀਓ। ਅਤੇ ਫਿਰ ਸਤਵਾਂ ਸਵਾਲ ਕੀਤਾ, ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਵੀ ਉਹ ਕੌਣ ਪੁਰਖ ਹੈ ਜੋ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਪਾ ਲੈਂਦਾ ਹੈ ਜੀ, ਜਿਹੜਾ ਵਾਹਿਗੁਰੂ ਦੀ ਕੀਮਤ ਪਾਵੇ, ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ, ਉਹ ਕੌਣ ਪੁਰਖ ਹੈ। ਕੇਨ ਵਿਧ ਬਧ, ਕੇਨ ਵਿਧ ਛੂਟਾ। ਫਿਰ ਸਵਾਲ ਕਰਦੇ ਨੇ, ਅੱਠਵਾਂ ਸਵਾਲ ਹੈ, ਕਿਨ ਵਿਧ ਬਾਧਾ, ਮਹਾਰਾਜ ਜੀ ਇਹ ਜਿਹੜਾ ਜੀਵ ਹੈ, ਕਿਨ ਕਿਸ ਵਿਧੀ ਤੋਂ ਭਾਵ ਤਰੀਕੇ ਦੇ ਨਾਲ, ਕਿਸ ਕਾਰਨ, ਕਿਸ ਤਰੀਕੇ ਨਾਲ ਇਹ ਵਾਧਾ ਬੰਨਿਆ ਹੋਇਆ ਹੈ ਬੰਧਨਾਂ ਦੇ ਵਿੱਚ। ਅਤੇ ਨੌਵਾਂ ਸਵਾਲ ਹੈ, ਕਿਨ ਵਿਧ ਛੂਟਾ, ਤੇ ਮਹਾਰਾਜ ਜੀ ਉਹ ਵਿਧੀ ਕਿਹੜੀ, ਉਹ ਤਰੀਕਾ ਕਿਹੜਾ ਹੈ ਜਿਹਦੇ ਨਾਲ ਜੀਵ ਛੁੱਟਦਾ ਹੈ, ਜਿਹਦੇ ਨਾਲ ਇਸ ਦਾ ਛੁਟਕਾਰਾ ਹੁੰਦਾ ਏ। ਕਿਨ ਵਿਧ ਆਵਣ ਜਾਵਣ ਟੂਟਾ। ਦਸਵਾਂ ਸਵਾਲ ਹੈ, ਮਹਾਰਾਜ ਜੀ ਉਹ ਕਿਨ ਵਿਧ, ਉਹ ਕਿਹੜੀ ਵਿਧੀ ਹੈ ਜਿਹਦੇ ਨਾਲ ਆਵਣ ਜਾਵਣ ਟੂਟਾ, ਆਉਣਾ ਜਾਣਾ ਟੁੱਟਦਾ ਹੈ, ਭਾਵ ਕਿ ਜੰਮਣ ਮਰਨ ਕਿਸ ਤਰੀਕੇ ਨਾਲ ਖਤਮ ਹੁੰਦਾ ਹੈ। ਕੌਣ ਕਰਮ, ਕੌਣ ਨਿਹ ਕਰਮ। 11ਵਾਂ ਸਵਾਲ ਹੈ, ਕੌਣ ਕਰਮ, ਮਹਾਰਾਜ ਜੀ ਉਹ ਕਿਰਪਾ ਕਰਕੇ ਦੱਸੋ ਵੀ ਉਹ ਕੌਣ ਪੁਰਖ ਹੈ ਜਿਹੜਾ ਸਮਾਨ ਕਰਮਾਂ ਦੇ ਕਰਨ ਵਾਲਾ ਹੈ। ਤੇ 12ਵਾਂ ਸਵਾਲ ਹੈ, ਕੌਣ ਨਿਹ ਕਰਮ, ਤੇ ਮਹਾਰਾਜ ਜੀ ਉਹ ਨਿਹ ਕਰਮੀ ਕੌਣ ਹੈ ਜਿਹੜਾ ਇਹਨਾਂ ਕਰਮਾਂ ਤੋਂ ਰਹਿਤ ਹੋ ਕੇ ਰਹਿੰਦਾ ਏ, ਕਰਮਾਂ ਦੀ ਵਾਸ਼ਨਾ ਤੋਂ ਰਹਿਤ ਪੁਰਖ ਕੌਣ ਹੈ। ਕੌਣ ਸੁਖ ਕਹੈ ਕਹਾਈ ਜੀਓ। ਫਿਰ 13ਵਾਂ ਮਹਾਰਾਜ ਸਾਹਿਬ ਜੀ ਪ੍ਰਸ਼ਨ ਹੈ, ਕੌਣ ਸੁਖ ਕਹੈ ਕਹਾਏ ਜੀਓ, ਵੀ ਉਹ ਕੌਣ ਪੁਰਖ ਹੈ ਜਿਹੜਾ ਆਪ ਪਰਮੇਸ਼ਰ ਦੇ ਜਸ ਨੂੰ ਕਹਿੰਦਾ ਹੈ ਅਤੇ ਹੋਰਾਂ ਦੇ ਕੋਲੋਂ ਵੀ ਵਾਹਿਗੁਰੂ ਦੇ ਜਸ ਨੂੰ ਕਹਾਉਂਦਾ ਹੈ, ਉਹ ਕੌਣ ਹੈ। ਕੌਣ ਸੁਖੀਆ, ਕੌਣ ਦੁਖੀਆ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸਿੱਧਾ ਨੇ ਇਹ ਵੀ ਸਵਾਲ ਕੀਤਾ ਵੀ ਮਹਾਰਾਜ ਜੀ ਉਹ ਕੌਣ ਸੁਖੀਆ,
ਵੀ ਉਹ ਸੁਖੀ ਸੋ ਭਾਵ ਸ੍ਰੇਸ਼ਟ ਸੁਖੀ। ਸੁਖੀ ਤਾਂ ਕਈ ਵਿਸ਼ੇ ਸੁਖ ਲੈ ਕੇ ਵੀ ਕਹਿ ਦਿੰਦੇ ਨੇ ਵੀ ਅਸੀਂ ਸੁਖੀ ਹਾਂ, ਪਰ ਆਤਮਾ ਦਾ ਆਨੰਦ ਲੈ ਕੇ, ਆਤਮਿਕ ਆਨੰਦ ਦੇ ਵਿੱਚ ਉਹ ਕੌਣ ਨੇ ਜੋ ਸੋ ਸੁਖੀ ਆ, ਜੋ ਸ੍ਰੇਸ਼ਟ ਸੁਖ ਦੇ ਸਹਿਤ ਹਨ। ਕੌਣ ਦੁਖੀ ਹੈ। ਤੇ ਉਹ ਪੁਰਖ ਕੌਣ ਹੈ ਜਿਹੜੇ ਸੰਸਾਰ ਦੇ ਵਿੱਚ ਮਹਾਰਾਜ ਜੀ ਦੁਖੀ ਰਹਿੰਦੇ ਹਨ ਸਦਾ। ਕੌਣ ਸਨਮੁਖ ਹੈ। ਤੇ ਕਿਹੜਾ ਪੁਰਖ ਹੈ ਜਿਹੜਾ ਹਰ ਸਮੇਂ ਪਰਮੇਸ਼ਰ ਦੇ ਸਨਮੁਖ ਰਹਿੰਦਾ, ਵਾਹਿਗੁਰੂ ਦੇ ਹਾਜ਼ਰ ਨਾਜ਼ਰ ਰਹਿੰਦਾ, ਰੱਬ ਨੂੰ ਸਾਹਮਣੇ ਕੌਣ ਜਾਣਦਾ ਹੈ। ਕੌਣ ਵਿਮੁਖੀ ਹੈ। ਤੇ ਉਹ ਮਹਾਰਾਜ ਕੌਣ ਪੁਰਖ ਹੈ ਜਿਹੜਾ ਬੇਮੁਖੀ ਆ। ਬੇਮੁਖ ਕਿਹਨੂੰ ਕਹਿੰਦੇ ਹੋ ਆਪ ਜੀ। ਕਿਨ ਵਿਧ ਮਿਲੀ ਹੈ। ਕਿਹੜੀ ਵਿਧੀ ਹੈ ਜਿਸ ਤਰੀਕੇ ਨਾਲ ਹਰੀ ਵਾਹਿਗੁਰੂ ਦੇ ਨਾਲ ਮਿਲੀਦਾ ਹੈ, ਪਰਮੇਸ਼ਰ ਦਾ ਮਿਲਾਪ ਕਿਸ ਵਿਧੀ ਦੇ ਨਾਲ ਹੋਵੇ। ਕਿਨ ਵਿਧ ਵਿਛੁਰ। ਤੇ ਕਿਹੜੀ ਵਿਧੀ ਹੈ ਮਹਾਰਾਜ ਜੀ ਜਿਸ ਕਰਕੇ ਜੀਵ ਪਰਮੇਸ਼ਰ ਨਾਲੋਂ ਵਿਛੜੇ ਵਿਛੜਦਾ ਹੈ। ਉਹ ਵਿਛੜਨ ਦੀ ਤੇ ਉਹ ਮਿਲਣ ਦੀ ਕਿਹੜੀ ਵਿਧੀ ਹੈ। ਇਹ ਵਿਧ ਕੌਣ ਪ੍ਰਗਟਾਈ ਜੀ। ਤੇ ਫਿਰ ਇਹ ਵੀ ਆਪ ਜੀ ਦੱਸੋ ਵੀ ਇਹ ਜਿਹੜੀ ਵਿਧੀ ਹੈ ਵਾਹਿਗੁਰੂ ਨਾਲੋਂ ਵਿਛੜਨ ਵਾਲਿਆਂ ਦੀ, ਵਾਹਿਗੁਰੂ ਨਾਲ ਮਿਲਣ ਵਾਲਿਆਂ ਦੀ, ਇਸ ਵਿਧੀ ਨੂੰ ਪ੍ਰਗਟ ਕੌਣ ਕਰਕੇ ਦੱਸਦਾ ਹੈ ਜੀ। ਕੌਣ ਇਸ ਗੱਲ ਨੂੰ ਪ੍ਰਗਟ ਕਰਕੇ ਦੱਸੇ ਜੀ। ਕੌਣ ਸੋ ਅੱਖਰ ਜਿਤ ਧਾਵਤ ਰਹਿਤਾ। ਫਿਰ ਮਹਾਰਾਜ ਉਹ ਕਿਹੜਾ ਅੱਖਰ ਹੈ, ਕਿਹੜਾ ਉਪਦੇਸ਼ ਹੈ, ਕਿਹੜਾ ਮੰਤਰ ਹੈ ਜਿਸ ਮੰਤਰ ਉਪਦੇਸ਼ ਕਰਕੇ ਇਹ ਦੌੜਦਾ ਹੋਇਆ ਮਨ ਦੌੜਨ ਵੱਲੋਂ ਰਹਿਤ ਹੋ ਜਾਂਦਾ ਹੈ, ਇੱਕ ਥਾਂ ਤੇ ਟਿਕ ਜਾਂਦਾ ਏ। ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤ। ਤੇ ਫਿਰ ਮਹਾਰਾਜ ਉਹ ਕਿਹੜਾ ਉਪਦੇਸ਼ ਹੈ ਜਿਸ ਉਪਦੇਸ਼ ਨੂੰ ਕਮਾਉਣ ਤੋਂ ਬਾਅਦ ਜੀਵ ਦੁੱਖ ਅਤੇ ਸੁੱਖ ਨੂੰ ਸਮ ਕਰਕੇ ਸਹਾਰਦਾ, ਦੁੱਖ ਸੁੱਖ ਵਿੱਚ ਸਮਾਨ ਬਿਰਤੀ ਹੋ ਜਾਂਦੀ ਹੈ। ਕੌਣ ਸੁਚਾਲ ਜਿਤ ਪਾਰ ਬ੍ਰਹਮ ਧਿਆਈ। ਫਿਰ ਮਹਾਰਾਜ ਆਪ ਜੀ ਇਹ ਵੀ ਦੱਸੋ ਵੀ ਉਹ ਕਿਹੜੀ ਚਾਲ, ਉਹ ਕਿਹੜੀ ਮਰਿਆਦਾ ਹੈ ਵੀ ਜਿਹਦੇ ਉੱਤੇ ਚੱਲਣ ਦੇ ਨਾਲ ਜੀਵ ਪਾਰ ਬ੍ਰਹਮ, ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮੇਸ਼ਰ ਹੈ, ਉਸ ਵਾਹਿਗੁਰੂ ਨੂੰ ਧਿਆਉਂਦਾ ਹੈ। ਉਸ ਵਾਹਿਗੁਰੂ ਨੂੰ ਕਿਵੇਂ ਧਿਆਇਆ ਜਾ ਸਕਦਾ ਏ। ਵਿਧ ਕੀਰਤਨ ਗਾਏ ਜੀਓ। ਤੇ ਫਿਰ ਮਹਾਰਾਜ ਜੀ ਸਵਾਲਾਂ ਦੀ ਲੜੀ ਸਮਾਪਤ ਕਰਦੇ 24ਵਾਂ ਸਵਾਲ ਹੈ ਕਿਨ ਵਿਧ ਕੀਰਤਨ ਗਾਏ ਜੀਓ। ਵੀ ਉਹ ਕਿਹੜੀ ਵਿਧੀ, ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਪਰਮੇਸ਼ਰ ਦਾ ਨਿਰਵਾਣ ਕੀਰਤਨ ਗਾਇਆ ਜਾਂਦਾ ਹੈ ਜੀ। ਮਹਾਰਾਜ ਜੀ ਕਿਰਪਾ ਕਰਕੇ ਸਾਡੇ ਸਵਾਲ ਜਿਹੜੇ ਨੇ ਇਹਨਾਂ ਦਾ ਆਪ ਉੱਤਰ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਇਹ ਸਿੱਧਾਂ ਜੋ ਸਵਾਲ ਕੀਤੇ ਸਨ 24 ਜਿਨ੍ਹਾਂ ਦੀ ਗਿਣਤੀ ਹੈ, ਉਹ ਸਵਾਲ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਮੁਖ ਰਾਹੀਂ ਉਚਾਰ ਕੇ ਕਹੇ ਸਿੱਧਾਂ ਨੇ ਸਨ, ਪਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਆਪਣੇ ਮੁਖ ਦੁਆਰਾ ਉਚਾਰ ਕੇ 4 ਪੌੜੀਆਂ ਪਹਿਲੀਆਂ ਮਹਾਰਾਜ ਜੀ ਨੇ ਸ਼ਬਦ ਦੀਆਂ ਉਚਾਰਨ ਕੀਤੀਆਂ। ਹੁਣ ਅਗਲੀਆਂ 4 ਪੌੜੀਆਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਤੇ ਉੱਤਰ ਦੇਣਗੇ। ਉੱਤਰ ਦਿੰਦੇ ਹਨ ਗੁਰਮੁਖ ਮੁਕਤ। ਪਹਿਲਾ ਸਵਾਲ ਇਹ ਸੀ ਵੀ ਕੌਣ ਪੁਰਖ ਹੈ ਜਿਹੜਾ ਮੁਕਤ ਹੈ। ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਗੁਰਮੁਖ ਮੁਕਤਾ। ਕਹਿੰਦੇ ਭਾਈ ਜਿਹੜਾ ਗੁਰਮੁਖ ਹੈ, ਗੁਰਮੁਖ ਦੀ ਵਿਆਖਿਆ ਪਿੱਛੇ ਵੀ ਕਈ ਵਾਰਾਂ ਗੁਰਬਾਣੀ 'ਚ ਆ ਚੁੱਕੀ ਹੈ। ਗੁਰਮੁਖ ਉਹ ਜਿਹੜਾ ਹਰ ਸਮੇਂ ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਮੰਨਦਾ। ਗੁਰਮੁਖ ਉਹ ਗੁਰਮੁਖ ਰੋਮ ਰੋਮ ਹਰ ਧਿਆਵੈ। ਇਹ ਜਿਹਦੀ ਹਰ ਇੱਕ ਅਰੋਮ ਹੀ ਜ਼ੁਬਾਨ ਬਣ ਜਾਂਦੀ ਹੈ। ਰੋਮ ਰੋਮ ਕਰਕੇ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਉਹ ਗੁਰਮੁਖ ਹੈ। ਗੁਰਮੁਖ ਉਹ ਨੇ ਜਿਹੜੇ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਸੱਤ ਕਰਕੇ ਮੰਨਦੇ ਹਨ। ਜੋ ਗੁਰਾਂ ਨੇ ਕਿਹਾ ਉਹੀ ਕਰਨਾ ਹੈ। ਸੋ ਇਸ ਤਰ੍ਹਾਂ ਗੁਰਮੁਖ ਦੀ ਵਿਆਖਿਆ ਕਈ ਵਾਰ ਆਪਾਂ ਸੁਣੀ ਹੈ। ਗੁਰਮੁਖ ਤੋਂ ਭਾਵ ਸਮਝ ਲਓ ਵੀ ਗੁਰੂ ਦੀ ਆਗਿਆ 'ਚ ਚੱਲਣ ਵਾਲਾ, ਗੁਰੂ ਦੀ ਅਨੁਸਾਰੀ ਹੋ ਕੇ ਚੱਲਣ ਵਾਲਾ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੱਤ ਕਰਕੇ ਮੰਨਣ ਵਾਲਾ ਉਹ ਗੁਰਮੁਖ ਹੈ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹੈ ਭਾਈ ਗੁਰਮੁਖ ਮੁਕਤਾ। ਜਿਹੜੇ ਗੁਰਮੁਖ ਨੇ, ਗੁਰੂ ਦੀ ਆਗਿਆ 'ਚ ਚੱਲਣ ਵਾਲੇ,
ਉਹੀ ਕਹਿੰਦੇ ਵੀ ਮੁਕਤਾ ਮੁਕਤ ਰੂਪ ਹਨ। ਕੇਵਲ ਮੋਖ ਪਾ ਕੇ ਜੀਵਨ ਮੋਖ ਪਾ ਕਰਕੇ ਉਹੀ ਬੰਧਨਾਂ ਤੋਂ ਰਹਿਤ ਮਾਇਆ ਤੋਂ ਰਹਿਤ ਮੁਕਤ ਪੁਰਖ ਹਨ। ਗੁਰਮੁਖ ਜੁਗਤ ਦੂਜਾ ਸਵਾਲ ਮਹਾਰਾਜ ਜੀ, ਉਹ ਕਿਹੜਾ ਪੁਰਖ ਹੈ ਜਿਹੜਾ ਜੁੜਿਆ ਹੋਇਆ ਹੈ ਜੁਗਾਂ ਜੁਗਾਂ ਦੇ ਵਿੱਚ ਵੀ ਪਰਮੇਸ਼ਰ ਨਾਲ? ਤਾਂ ਸਹਿਬ ਜੁਗਤਾ ਨਾਮ ਹੁੰਦਾ ਜੁੜਨ ਦਾ। ਤਾਂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਗੁਰੂ ਦੀ ਆਗਿਆ 'ਚ ਚੱਲਦਾ ਭਾਈ, ਉਹ ਜੁਗਤਾ ਜੁਗਾਂ ਜੁਗਾਂ ਤੋਂ ਹੀ ਗੁਰਮੁਖ ਜਿਹੜੇ ਹਨ ਉਹ ਪਰਮੇਸ਼ਰ ਦੇ ਨਾਲ ਜੁਗਤਾ ਜੁੜੇ ਹੋਏ ਹਨ। ਭਾਵੇਂ ਉਹ ਸਤਿਯੁਗ ਸੀ, ਉਹਦੇ ਵਿੱਚ ਵੀ ਭਗਤ ਪ੍ਰਹਿਲਾਦ ਗੁਰਮੁਖ ਹੀ ਸੀ। ਪ੍ਰਹਿਲਾਦ ਨੂੰ ਵੀ ਬਾਣੀ 'ਚ ਮਹਾਰਾਜ ਨੇ ਗੁਰਮੁਖ ਕਿਹਾ ਹੈ, ਵਸ਼ਿਸ਼ਟ ਨੂੰ ਵੀ ਗੁਰਮੁਖ ਕਿਹਾ ਹੈ, ਜਨਕ ਨੂੰ ਵੀ ਗੁਰਮੁਖ ਕਿਹਾ ਹੈ। ਭਾਵ ਜਿਹੜਾ ਗੁਰੂ ਦਾ ਬਚਨ ਮੰਨੇ ਉਹੀ ਗੁਰਮੁਖ। ਤੇ ਗੁਰੂ ਹਮੇਸ਼ਾ ਜਿਹੜਾ ਸੱਚਾ ਹੁੰਦਾ ਉਹ ਪਰਮੇਸ਼ਰ ਦੀ ਮਹਿਮਾ ਹੀ ਕਰਨ ਦੇ ਲਈ ਉਪਦੇਸ਼ ਕਰਦਾ। ਤੇ ਉਹ ਗੁਰਮੁਖ ਹੀ ਹਨ ਜਿਹੜੇ ਜੁਗਾਂ ਜੁਗਾਂ ਦੇ ਵਿੱਚ ਵੀ ਪਰਮੇਸ਼ਰ ਦੇ ਨਾਲ ਜੁੜੇ ਹੋਏ ਰਹਿੰਦੇ ਹਨ। ਇਹ ਦੂਜੇ ਸਵਾਲ ਦਾ ਉੱਤਰ ਹੈ। ਗੁਰਮੁਖ ਗਿਆਨੀ। ਤੇ ਫਿਰ ਮਹਾਰਾਜ ਜੀ ਸਤਿਗੁਰਾਂ ਨੂੰ ਇਹ ਤੀਸਰਾ ਸਵਾਲ ਸੀ ਵੀ ਉਹ ਕਿਹੜਾ ਹੈ ਜਿਹੜਾ ਸਰੂਪ ਦਾ ਗਿਆਨਵਾਨ ਹੈ? ਕਿਉਂਕਿ ਆਮ ਕਰਕੇ ਗਿਆਨੀ ਪੁਰਖ ਤਾਂ ਬਹੁਤ ਨੇ, ਆਮ ਕਰਕੇ ਤਾਂ ਕਹਿੰਦੇ ਵੀ ਗਿਆਨ ਤਾਂ ਹਰ ਕੋਈ ਚੁੱਕੀ ਫਿਰਦਾ ਏ, ਪਰ ਸਰੂਪ ਦਾ ਗਿਆਨ ਕਿਹਨੂੰ ਹੈ? ਪਰਮੇਸ਼ਰ ਦਾ ਗਿਆਨ ਕਿਹਨੂੰ ਹੈ? ਬ੍ਰਹਮ ਬਾਰੇ ਗਿਆਨ ਕਿਹਨੂੰ ਹੈ? ਤਾਂ ਤੀਸਰੇ ਸਵਾਲ ਦਾ ਉੱਤਰ ਮਹਾਰਾਜ ਪੰਚਮ ਪਾਤਸ਼ਾਹ ਜੀ ਦਿੰਦੇ ਨੇ, ਕਹਿੰਦੇ ਵੀ ਜਿਹੜਾ ਗੁਰਮੁਖ ਹੈ, ਗੁਰਮੁਖ ਹੀ ਅਸਲੀ ਸ੍ਰੇਸ਼ਟ ਸਰੂਪ ਦਾ ਗਿਆਨੀ ਗਿਆਨਵਾਨ ਹੈ। ਵਾਹਿਗੁਰੂ ਦੀ ਸਮਝ ਰੱਖਦਾ, ਸਭ ਵਿੱਚ ਪਰਮੇਸ਼ਰ ਨੂੰ ਵਸਦਿਆਂ ਜਾਣਦਾ ਹੈ। ਗੁਰਮੁਖ ਵਕਤ। ਚੌਥਾ ਸਵਾਲ ਸੀ ਵੀ ਮਹਾਰਾਜ ਜੀ ਉਹ ਸ੍ਰੇਸ਼ਟ ਵਕਤਾ ਵਿਆਖਿਆਕਾਰ ਕੌਣ ਹੈ? ਭਾਵੇਂ ਕਿ ਬੜੇ ਵੱਡੇ ਕਥਾਕੜ ਹਨ ਜਿਹੜੇ ਕਥਾ ਕਰਦੇ, ਵੱਡੇ ਜਿਹੜੇ ਵਿਆਖਿਆਕਾਰ ਨੇ, ਵਕਤਵ ਕਰਨ ਵਾਲੇ ਵਕਤੇ ਹਨ। ਵਕਤਾ ਕਹਿੰਦੇ ਨੇ ਜਿਹੜਾ ਬੋਲਣ ਵਾਲਾ, ਜਿਹੜਾ ਬੋਲ ਕੇ ਕੁਝ ਕਿਸੇ ਨੂੰ ਕਹਿੰਦਾ ਹੈ। ਤਾਂ ਚੌਥੇ ਸਵਾਲ ਦਾ ਉੱਤਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਿੰਦਿਆਂ ਹੋਇਆਂ ਕਹਿੰਦੇ ਨੇ, ਭਾਈ ਵਿਆਖਿਆਕਾਰ ਵਕਤੇ ਕਥਾਵਾਚਕ ਤਾਂ ਬੜੇ ਨੇ ਜਹਾਨ ਦੇ ਵਿੱਚ, ਪਰ ਜਿਹੜਾ ਗੁਰਮੁਖ ਹੈ ਅਸਲ ਵਿੱਚ ਸ੍ਰੇਸ਼ਟ ਵਿਆਖਿਆਕਾਰ ਉਹੀ ਹੈ। ਕਿਉਂਕਿ ਗੁਰਮੁਖ ਵਿਆਖਿਆ ਵੀ ਬ੍ਰਹਮ ਦੀ ਕਰੇਗਾ। ਉਹ ਜਦੋਂ ਕੋਈ ਵਿਖਿਆਨ ਕੋਈ ਵਕਤਵ ਕਰੇਗਾ ਉਹ ਪਰਮੇਸ਼ਰ ਦੇ ਸੰਬੰਧੀ ਕਰੇਗਾ। ਇਸ ਕਰਕੇ ਸ੍ਰੇਸ਼ਟ ਜਿਹੜਾ ਵਿਆਖਿਆਕਾਰ ਹੈ, ਕਥਾਕਾਰ ਹੈ, ਉਹੀ ਹੈ ਜਿਹੜਾ ਗੁਰਮੁਖ ਹੈ, ਗੁਰੂ ਸਾਹਿਬ ਦੇ ਅਨੁਸਾਰੀ ਹੈ। ਧੰਨ ਗਿਰਹੀ ਉਦਾਸੀ ਗੁਰਮੁਖ। ਤੇ ਫਿਰ ਪੰਜਵਾਂ ਸਵਾਲ ਸੀ ਵੀ ਮਹਾਰਾਜ ਸ੍ਰੇਸ਼ਟ ਗ੍ਰਸਤੀ ਕੌਣ ਹੈ? ਤੇ ਛੇਵਾਂ ਸਵਾਲ ਸੀ ਵੀ ਮਹਾਰਾਜ ਉਦਾਸੀ ਕੌਣ ਹੈ? ਦੋਵਾਂ ਸਵਾਲਾਂ ਦਾ ਇੱਕੋ ਤੁਕ ਦੇ ਵਿੱਚ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਨੇ। ਪੰਜਵੇਂ ਪਾਤਸ਼ਾਹ ਕਹਿੰਦੇ ਧੰਨ ਗਿਰਹੀ, ਕਹਿੰਦੇ ਵੀ ਉਹ ਗ੍ਰਸਤੀ ਜਿਹੜਾ ਹੈ ਨਾ ਉਹ ਧੰਨ ਹੈ। ਕਿਹੜਾ? ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਚੱਲਦਾ, ਉਹ ਗਿਰਹੀ ਗ੍ਰਸਤੀ ਵੀ ਕਹਿੰਦੇ ਧੰਨ ਧੰਨਤਾ ਦੇ ਯੋਗ ਹੈ। ਅਤੇ ਜਿਹੜਾ ਗੁਰੂ ਮਹਾਰਾਜ ਦੀ ਆਗਿਆ ਨੂੰ ਮੰਨਣ ਵਾਲਾ ਗੁਰਮੁਖ ਹੈ, ਕਹਿੰਦੇ ਵੀ ਉਹ ਉਦਾਸੀ ਵੀ ਸ੍ਰੇਸ਼ਟ ਹੈ, ਉਹ ਉਦਾਸੀ ਵੀ ਧੰਨਤਾ ਦੇ ਯੋਗ ਹੈ। ਹੁਣ ਸਿੱਧ ਜਿਹੜੇ ਸਨ ਇਹ ਬੜੇ ਪੁੱਜੇ ਹੋਏ ਸੀ, ਇਹ ਹਰ ਗੱਲ 'ਚ ਅੜਾਉਂਦੇ ਸੀ ਅਗਲੇ ਨੂੰ। ਤੇ ਕਹਿਣ ਲੱਗੇ ਮਹਾਰਾਜ ਫਿਰ ਅਸੀਂ ਤਾਂ ਹੁਣ ਪਰਿਵਾਰਾਂ ਵਾਲੇ ਨਹੀਂ ਵੀ ਅਸੀਂ ਗ੍ਰਸਤੀ ਨਹੀਂ ਹੋ ਸਕਦੇ। ਫਿਰ ਅੰਤਰੀਵ ਭਾਵ ਵਿੱਚ ਮਹਾਰਾਜ ਕਹਿੰਦੇ ਵੀ ਧੰਨ ਗਿਰਹੀ ਉਦਾਸੀ ਗੁਰਮੁਖ, ਕਹਿੰਦੇ ਵੀ ਜਿਸ ਜੀਵ ਨੇ ਕਹਿੰਦੇ ਵੀ ਸ਼ਾਂਤੀ ਰੂਪੀ ਘਰ ਵਾਲੀ ਕੀਤੀ ਹੈ, ਸੰਤੋਖ ਤੇ ਖਿਮਾ ਰੂਪੀ ਆਪਣਾ ਮਾਂ ਬਾਪ ਬਣਾਇਆ ਹੈ, ਤੇ ਫਿਰ ਨਾਲ ਹੀ ਜੋ ਖਿਮਾ ਰੂਪੀ ਕਹਿੰਦੇ ਵੀ ਆਪਣੀ ਧੀ ਬਣਾਈ ਹੈ, ਗਿਆਨ ਰੂਪੀ ਜਿਹਨੂੰ ਪੁੱਤਰ ਪ੍ਰਾਪਤ ਹੋਇਆ ਹੈ, ਉਹ ਕਹਿੰਦੇ ਵੀ ਧੰਨ ਹੈ ਗ੍ਰਸਤੀ ਐਸਾ, ਵੀ ਐਸਾ ਗ੍ਰਸਤੀ ਵੀ ਧੰਨ ਹੈ। ਭਾਵ ਇਹਦਾ ਅਰਥ ਇਹ ਹੋ ਗਿਆ ਵੀ ਜਿਹੜਾ ਹਰ ਸਮੇਂ ਕਹਿੰਦੇ ਵੀ ਸ਼ਾਂਤੀ 'ਚ ਰਹਿੰਦਾ, ਜਿਹੜਾ ਹਰ ਸਮੇਂ ਸੰਤੋਖ 'ਚ ਰਹਿੰਦਾ, ਜਿਹੜਾ ਖਿਮਾ ਕਰਦਾ ਹੈ। ਫਿਰ ਜਿਸ ਪੁਰਖ ਨੇ ਆਪਣੇ ਅੰਦਰੋਂ ਮਹਾਰਾਜ ਸਾਹਿਬ ਕਹਿੰਦੇ ਗਿਆਨ ਬ੍ਰਹਮ ਦੇ ਨੂੰ ਪ੍ਰਗਟ ਕਰ ਲਿਆ ਹੈ, ਐਸਾ ਗ੍ਰਸਤੀ ਵੀ ਧੰਨ ਹੈ। ਤੇ ਉਦਾਸੀ ਉਹਨੂੰ ਕਹਿੰਦੇ ਨੇ ਜਿਹਨੇ ਸਭ ਕੁਝ ਛੱਡਿਆ ਹੋਵੇ। ਜਿਵੇਂ ਪਹਿਲਾਂ ਤਾਂ ਜੋਗੀ ਲੋਕ ਜਿਹੜੇ ਸਨ ਹੈ ਤਾਂ ਪਰਿਵਾਰਾਂ ਵਾਲੇ, ਪਰ ਮੁੜ ਕੇ ਉਹ ਛੱਡ ਕੇ ਚਲੇ ਗਏ, ਕਹਿੰਦੇ ਅਸੀਂ ਤੇ ਉਦਾਸੀ ਬਣ ਗਏ ਹਾਂ।
ਤੇ ਸਾਹਿਬ ਕਹਿੰਦੇ ਵੀ ਉਹ ਗੁਰਮੁਖ ਉਦਾਸੀ ਵੀ ਧਨਤਾ ਦੇ ਯੋਗ ਹੈ। ਕਿਹੜਾ? ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਸ ਗੁਰਮੁਖ ਨੇ, ਜਿਸ ਉਦਾਸੀ ਨੇ, ਕਹਿੰਦੇ ਵੀ ਜੋ ਤ੍ਰਿਸ਼ਨਾ ਹੈ, ਤ੍ਰਿਸ਼ਨਾ ਰੂਪੀ ਕਹਿੰਦੇ ਵੀ ਇਸਤਰੀ ਦਾ ਆਪਣੀ ਦਾ ਤਿਆਗ ਕਰ ਦਿੱਤਾ। ਭਾਵ ਕਿ ਤ੍ਰਿਸ਼ਨਾ, ਜਿਵੇਂ ਕੋਈ ਮਾੜੇ ਕਰਮ ਹੋਣ ਤਾਂ ਤੋੜ ਵਿਛੋੜਾ ਹੁੰਦਾ ਨਾ, ਕਹਿੰਦੇ ਜਿਹਨੇ ਤ੍ਰਿਸ਼ਨਾ ਦਾ ਤਿਆਗ ਕਰ ਦਿੱਤਾ ਅਤੇ ਫਿਰ ਜਿਹਨੇ ਆਪਣੇ ਅੰਦਰੋਂ ਕਬੁੱਧ ਰੂਪੀ ਧੀ ਦਾ ਵੀ ਤਿਆਗ ਕਰ ਦਿੱਤਾ, ਜਿਹਨੇ ਆਪਣੇ ਅੰਦਰੋਂ ਕਹਿੰਦੇ ਵੀ ਰਾਗ ਤੇ ਦਵੈਸ਼ ਰੂਪੀ ਪੁੱਤਰਾਂ ਦਾ ਵੀ ਤਿਆਗ ਕਰ ਦਿੱਤਾ, ਅਸਲ 'ਚ ਉਦਾਸੀ ਉਹ ਹੈ ਵੀ ਜਿਹੜਾ ਆਪਣੇ ਮਾੜੇ ਕੰਮ ਛੱਡ ਦੇਵੇ ਉਹ ਉਦਾਸੀ ਹੈ, ਜਿਹੜਾ ਸ਼ੁਭ ਕਰਮ ਗ੍ਰਹਿਣ ਕਰ ਲਵੇ ਉਹੀ ਕਹਿੰਦੇ ਵੀ ਗ੍ਰਸਤੀ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ 5ਵੇਂ ਤੇ 6ਵੇਂ ਸਵਾਲ ਦਾ ਉੱਤਰ ਦਿੰਦੇ ਆ ਇਹਨਾਂ ਸਿੱਧਾਂ ਨੂੰ, ਕਹਿੰਦੇ ਧੰਨ ਗ੍ਰਹੀ ਉਦਾਸੀ ਗੁਰਮੁਖ, ਕਹਿੰਦੇ ਵੀ ਉਹ ਗ੍ਰਸਤੀ ਜਿਹੜਾ ਗੁਰਮੁਖ ਹੋ ਕੇ ਗ੍ਰਸਤ ਵਿੱਚ ਰਹਿੰਦਾ ਉਹ ਵੀ ਧੰਨ ਹੈ, ਤੇ ਜਿਹੜਾ ਗੁਰਮੁਖ ਗੁਰੂ ਦੀ ਅਨੁਸਾਰੀ ਹੋ ਕੇ ਰਹਿੰਦਾ ਉਹ ਉਦਾਸੀ ਵੀ ਧਨਤਾ ਦੇ ਯੋਗ ਹੈ। ਪਰਿਵਾਰ ਕਰਨ ਵਾਲਾ ਜੇ ਗੁਰੂ ਦੀ ਆਗਿਆ 'ਚ ਉਹ ਵੀ ਧੰਨ ਹੈ, ਤੇ ਜੇ ਪਰਿਵਾਰ ਨਹੀਂ ਵੀ ਕੀਤਾ ਪਰ ਗੁਰੂ ਮਹਾਰਾਜ ਦੇ ਬਚਨ ਨੂੰ ਮੰਨਦਾ ਉਹ ਉਦਾਸੀ ਵੀ ਧੰਨ ਹੈ। ਗੁਰਮੁਖ ਕੀਮਤ ਪਾਈ ਜੀਓ। 7ਵਾਂ ਸਵਾਲ ਸੀ ਵੀ ਮਹਾਰਾਜ ਵਾਹਿਗੁਰੂ ਦੀ ਪ੍ਰਾਪਤੀ ਦੀ ਕੀਮਤ ਕੌਣ ਪਾਉਂਦਾ ਹੈ? ਮਾਲਕ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੀ ਕਦਰ ਕੌਣ ਪਾਉਂਦਾ ਹੈ? ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੀ ਆਗਿਆ ਵਿੱਚ ਚੱਲਦਾ ਹੈ, ਉਹ ਗੁਰਮੁਖ ਕੀਮਤ ਪਾਏ ਜੀ, ਉਹੀ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਪਾਉਂਦਾ ਹੈ ਜੀ। ਕੀਮਤ ਪਾਉਣੀ ਇਹ ਵੀ ਉੱਥੋਂ ਤੀਕਰ ਹੀ ਪੁੱਜ ਜਾਣਾ ਜਿਹਦਾ ਨਾਮ ਜਪ ਰਹੇ ਆ, ਤੇ ਜਪਦਿਆਂ ਜਪਦਿਆਂ ਉਹਦੇ ਵਿੱਚ ਹੀ ਲੀਨ ਹੋ ਜਾਣਾ। ਐਸਾ ਕਰਮ ਗੁਰਮੁਖ ਹੀ ਕਰਦੇ ਹਨ। ਤੇ ਗੁਰਮੁਖ ਜਿਹੜੇ ਹਨ, 7ਵੇਂ ਸਵਾਲ ਦਾ ਉੱਤਰ ਹੈ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੀ ਰੂਪੀ ਕੀਮਤ ਪਾ ਲੈਂਦੇ ਆ, ਭਾਵ ਪਰਮੇਸ਼ਰ 'ਚ ਅਭੇਦ ਹੀ ਹੋ ਜਾਂਦੇ ਹਨ ਜੀ। ਹਾਂ ਮੈਂ ਬਧ। ਫਿਰ 8ਵਾਂ ਸਵਾਲ ਸੀ ਵੀ ਇਹ ਜਿਹੜਾ ਜੀਵ ਹੈ ਮਹਾਰਾਜ ਜੀ ਉਹ ਬੱਧਾ ਹੋਇਆ ਕਿਉਂ ਹੈ? ਕਿਨ ਬਿਧ ਬਾਧਾ, ਇਹ ਸਵਾਲ ਸੀ 8ਵਾਂ ਸਵਾਲ ਵੀ ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਇਹ ਮਨੁੱਖ ਬੱਝਾ ਪਿਆ ਹੈ? ਤਾਂ ਉਹਦਾ ਉੱਤਰ ਦਿੰਦੇ ਨੇ ਹਉਮੈ ਬਾਧਾ, ਕਹਿੰਦੇ ਵੀ ਹਉਮੈ ਕਰਕੇ, ਹੰਗਤਾ ਮਮਤਾ ਬੜੀ ਕਰਦਾ ਹੈ, ਮੈਂ ਮੇਰੀ ਕਰਦਾ ਰਹਿੰਦਾ, ਵਿਸ਼ੇ ਵਾਸਨਾ 'ਚ ਫਸਿਆ ਰਹਿੰਦਾ ਹੈ। ਇਸ ਕਰਕੇ ਜਿਹੜਾ ਜੀਵ ਹੈ ਇਹ ਹਉਮੈ ਕਰਕੇ ਹੀ ਬੰਧਨਾਂ ਦੇ ਵਿੱਚ ਬੱਝਾ ਪਿਆ ਹੈ। ਗੁਰਮੁਖ ਛੁਟੈ। ਫਿਰ 9ਵਾਂ ਸਵਾਲ ਇਹ ਕੀਤਾ ਸੀ ਵੀ ਮਹਾਰਾਜ ਕਿਸ ਵਿਧੀ ਦੇ ਨਾਲ ਛੁੱਟਿਆ ਜਾਂਦਾ ਹੈ? ਸਾਹਿਬ ਕਹਿੰਦੇ ਗੁਰਮੁਖ ਬਣ ਕੇ। ਜਿਹੜਾ ਗੁਰਮੁਖ ਹੈ ਉਹ ਹੰਗਤਾ ਮਮਤਾ ਕਰਤਾ ਭੋਗਦਾ ਮਾਇਆ ਦੇ ਬੰਧਨਾਂ ਤੋਂ ਮੁਕਤ ਰੂਪ ਹੈ, ਉਹ ਮਹਾਰਾਜ ਕਹਿੰਦੇ ਛੁੱਟਿਆ ਹੋਇਆ। ਗੁਰਮੁਖਾਂ ਨੂੰ ਹਉਮੈ ਨਹੀਂ ਤੰਗ ਕਰਦੀ। ਮਨਮੁਖ ਬੰਦਾ ਜਿਹੜਾ ਹੈ ਉਹ ਹਉਮੈ ਬਹੁਤ ਸਤਾਉਂਦੀ ਹੈ, ਉਹਨੂੰ ਕੋਈ ਮਾੜਾ ਜਿਹਾ ਨਜ਼ਰ ਅੰਦਾਜ਼ ਕਰ ਦਵੇ ਉਹ ਇੰਨੀ ਗੱਲ ਦੇ ਵਿੱਚ ਹੀ ਆਫਰ ਜਾਂਦਾ ਕਿ ਵੀ ਮੈਨੂੰ ਵੇਖੋ ਬੁਲਾ ਕੇ ਨਹੀਂ ਲੰਘਿਆ, ਮੇਰੇ ਨਾਲ ਫਤਿਹ ਨਹੀਂ ਸਾਂਝੀ ਕੀਤੀ। ਇਹ ਗੁਰਮੁਖ ਜਿਹੜੇ ਹਨ ਉਹ ਇਹਨਾਂ ਚੀਜ਼ਾਂ ਤੋਂ ਉੱਤੇ ਉੱਠੇ ਨੇ। ਤੇ ਮਹਾਰਾਜ ਸਾਹਿਬ ਜੀ 9ਵੇਂ ਸਵਾਲ ਦਾ ਉੱਤਰ ਇਹ ਦਿੰਦੇ ਨੇ ਵੀ ਜਿਹੜੇ ਗੁਰਮੁਖ ਹਨ ਭਾਈ ਉਹੀ ਛੁੱਟੇ ਹੋਏ ਹਨ। ਗੁਰਮੁਖ ਆਵਣ ਜਾਵਣ ਟੁਟੈ। ਫਿਰ 10ਵਾਂ ਸਵਾਲ ਸੀ ਮਹਾਰਾਜ ਆਉਣਾ ਜਾਣਾ ਜਿਹੜਾ ਹੈ ਉਹ ਕਿਸ ਤਰ੍ਹਾਂ ਟੁੱਟਦਾ ਹੈ? ਕਿਉਂਕਿ ਆਉਣ ਜਾਣ ਦੇ ਵਿੱਚ ਜੀਵ ਫਸਿਆ ਹੋਇਆ ਹੈ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਜਿਹੜੇ ਗੁਰਮੁਖ ਨੇ ਗੁਰੂ ਦੀ ਆਗਿਆ 'ਚ ਚੱਲਦੇ, ਗੁਰਮੁਖਾਂ ਦਾ ਆਉਣਾ ਜਾਣਾ ਕੀ ਵੀ ਜੰਮਣਾ ਮਰਨ ਦਾ ਜਿਹੜਾ ਚੱਕਰ ਸੀ ਨਾ, ਵਾਰ-ਵਾਰ ਜੰਮਣਾ ਤੇ ਮਰਨਾ, ਟੇਢੀਆਂ ਜੂਨਾਂ 'ਚ ਆਉਣਾ, ਇਹ ਜੰਮਣਾ ਮਰਨਾ ਆਉਣਾ ਜਾਣਾ ਗੁਰਮੁਖਾਂ ਦਾ ਕਹਿੰਦੇ ਟੁੱਟਾ ਹੋਇਆ ਹੈ। ਉਹ ਜੰਮਣ ਮਰਨ ਦੇ ਗੇੜੇ ਤੋਂ ਮੁਕਤ ਹਨ। ਗੁਰਮੁਖ ਕਰਮ ਗੁਰਮੁਖ ਨਿਹ ਕਰਮ। ਅੱਗੇ ਫਿਰ 11ਵਾਂ ਤੇ ਜਿਹੜਾ 12ਵਾਂ ਸਵਾਲ ਸੀ ਵੀ ਜਿਹੜਾ ਮਹਾਰਾਜ ਸ੍ਰੇਸ਼ਟ ਕਰਮ ਕੌਣ ਕਰਦਾ ਹੈ ਤੇ ਨਿਸ਼ਕਾਮੀ ਕੌਣ ਹੈ? ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰਮੁਖ ਕਰਮ ਜਿਹੜਾ ਗੁਰੂ ਦੀ ਆਗਿਆ ਵਿੱਚ ਚੱਲਣ ਵਾਲਾ ਹੈ ਕਹਿੰਦੇ ਵੀ ਉਹੀ ਸ੍ਰੇਸ਼ਟ ਕਰਮ ਕਰਦਾ। ਗੁਰਮੁਖ ਲੋਕ ਹੀ ਕਹਿੰਦੇ ਵੀ ਸ੍ਰੇਸ਼ਟ ਕਰਮਾਂ ਦੇ ਤਾਂ ਹੀ ਕਰਦੇ ਹਨ, ਪਰ ਪਰਉਪਕਾਰ ਵਾਸਤੇ, ਭਲੇ ਵਾਸਤੇ ਸ੍ਰੇਸ਼ਟ ਕਰਮ ਕਰਦੇ ਨੇ। ਸ੍ਰੇਸ਼ਟ ਕਰਮ ਕਰਦਿਆਂ ਹੋਇਆਂ ਕਹਿੰਦੇ ਵੀ ਫਲ ਦੀ ਇੱਛਾ ਨਹੀਂ ਰੱਖਦੇ। ਗੁਰਮੁਖ ਹੀ ਆ ਜਿਹੜਾ ਸਮਾਨ ਕਰਮ ਸ੍ਰੇਸ਼ਟ ਕਰਮ ਕਰਦਾ ਹੈ। ਤੇ ਗੁਰਮੁਖ ਨਿਹ ਕਰਮਾ
ਤੇ ਜਿਹੜੇ ਗੁਰਮੁਖ ਪੁਰਖ ਹਨ, ਗੁਰੂ ਦੀ ਆਗਿਆ ਵਿੱਚ ਚੱਲਣ ਵਾਲੇ, ਉਹੀ ਕਹਿੰਦੇ ਵੀ ਨਿਹ ਕਰਮਾ ਹੈ, ਕਰਮਾਂ ਦੀ ਵਾਸ਼ਨਾ ਤੋਂ ਰਹਿਤ ਹੈ। ਕਰਮ ਕਰਦਿਆਂ ਹੋਇਆਂ ਉਹ ਕਿਸੇ ਪ੍ਰਕਾਰ ਦੇ ਨਾਲ ਮਗਰ ਫਲ ਦੀ ਇੱਛਾ ਨਹੀਂ ਰੱਖਦੇ। ਐਵੇਂ ਨਿਹਕਰਮੀ ਹੋ ਕੇ ਕਰਮ ਕਰਨ ਵਾਲੇ ਵੀ ਗੁਰਮੁਖ ਹੀ ਹਨ। ਸ੍ਰੇਸ਼ਟ ਕਰਮ ਪੁਰਖ ਤਾਂ ਨਹੀਂ ਕਰਦੇ, ਹਰ ਕੋਈ ਜੇ ਕੋਈ ਕੁਝ ਕਰਦਾ ਤਾਂ ਉਹ ਆਪਣੀ ਲੋੜ ਦੇ ਅਨੁਸਾਰ ਕਰਦਾ ਹੈ। ਤੇ ਜੇ ਸਾਧ ਸੰਗਤ ਕੋਈ ਕਰਮ ਕਰਦਾ ਏ ਤਾਂ ਉਹ ਬਿਨਾਂ ਲੋੜ ਤੋਂ ਨਹੀਂ ਕਰਦਾ, ਉਹਦੀ ਕੋਈ ਕਾਮਨਾ ਹੁੰਦੀ ਹੈ। ਪਰ ਗੁਰਮੁਖ ਜਿਹੜੇ ਹਨ ਉਹ ਕਰਮ ਵੀ ਸ੍ਰੇਸ਼ਟ ਕਰਦੇ ਨੇ। ਇਹ 11ਵੇਂ ਸਵਾਲ ਦਾ ਉੱਤਰ ਹੈ। ਤੇ 12ਵੇਂ ਦਾ ਉੱਤਰ ਹੈ ਵੀ ਗੁਰਮੁਖ ਜਿਹੜੇ ਨੇ ਨਿਸ਼ਕਾਮੀ ਨੇ। ਫਿਰ ਕਰਮ ਕਰਦਿਆਂ, ਪਰਉਪਕਾਰ ਕਰਦਿਆਂ ਫਲ ਦੀ ਇੱਛਾ ਨਹੀਂ ਰੱਖਦੇ। ਸੁਦੇ ਸਿੱਧੀ ਉਹ ਐਸੇ ਕਰਮ ਕਰਦੇ ਨੇ ਜਿਹਦੇ ਵਿੱਚ ਸੰਸਾਰ ਦਾ ਭਲਾ ਹੋਵੇ, ਪਰਮੇਸ਼ਰ ਦੀ ਵਡਿਆਈ ਹੋਵੇ। ਗੁਰਮੁਖ ਕਰੀ ਸੁਭਾਏ ਜੀਓ। ਹਾਂ, ਗੁਰਮੁਖ ਕਰੇ ਸੋ ਸੁਭਾਏ ਜੀਓ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਕਰਮ ਕਰਦੇ ਨੇ ਨਾ, ਜੋ ਵੀ ਕਰਦੇ ਨੇ ਉਹ ਸ੍ਰੇਸ਼ਟ ਸੁਭਾਏ, ਸੁਭਾਵਕ ਹੀ ਕਰੀ ਜਾਂਦੇ ਹਨ। ਗੁਰਮੁਖ ਜਿਹੜੇ ਵੀ ਕਰਮ ਕਰਦੇ ਨੇ ਉਹ ਕੋਈ ਖਾਸ ਰੱਖ ਕੇ ਨਹੀਂ। ਸੁਤੇ ਸਿੱਧ ਉਹਨਾਂ ਦਾ ਜੀਵਨ ਹੀ ਐਸਾ ਹੈ ਵੀ ਸਹਿਜ ਸੁਭਾਈ ਉਹ ਸੁਤੇ ਸਿੱਧ ਹੀ ਐਸੇ ਕਰਮ ਕਰਦੇ ਹਨ ਨਿਸ਼ਕਾਮ ਹੋ ਕੇ। ਗੁਰਮੁਖ ਸੁਖੀਆ। ਫਿਰ ਇਹ 13ਵਾਂ ਸਵਾਲ ਸੀ ਵੀ ਮਹਾਰਾਜ ਜੀ ਉਹ ਅਸਲ ਵਿੱਚ ਸੁਖੀਆ ਕੌਣ ਹੈ? ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਵਿੱਚ ਚੱਲਦੇ ਨੇ, ਗੁਰਮੁਖ ਸੁਖੀਆ। ਉਹੀ ਆਤਮਿਕ ਆਨੰਦ ਨੂੰ ਪਾ ਕੇ ਸਦਾ ਸੁਖੀ ਰਹਿੰਦੇ ਹਨ। ਸਦਾ ਸੁਖ ਗੁਰਮੁਖਾਂ ਨੂੰ ਹੀ ਮਿਲਦਾ ਹੈ। ਨਹੀਂ ਤਾਂ ਜਿਹੜੇ ਆਮ ਸੰਸਾਰੀ ਸੁੱਖ ਨੇ ਤਾਂ ਕਦੀ ਆ ਗਿਆ, ਕਦੀ ਚਲੇ ਗਿਆ। ਕਦੀ ਕਹਿੰਦਾ ਵੀ ਬੜੇ ਦਿਨ ਚੰਗੇ ਹੁੰਦੇ ਸਨ ਪਹਿਲਾਂ, ਕੋਈ ਕਹਿੰਦਾ ਵੀ ਹੁਣ ਮੈਨੂੰ ਚੰਗੇ ਦਿਨ ਮਿਲੇ ਨੇ। ਇਵੇਂ ਜਿਹੜਾ ਗੁਰਮੁਖ ਹੈ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਹੈ। ਗੁਰਮੁਖ ਸਦਾ ਹੀ ਆਤਮਿਕ ਆਨੰਦ ਨੂੰ ਪਾ ਕਰਕੇ ਉਹ ਸਦਾ ਹੀ ਸੁਖੀ ਰਹਿੰਦਾ ਹੈ। ਮਨ ਮੁਖ ਦੁਖੀਆ। ਫਿਰ ਪੁੱਛਿਆ ਸੀ ਮਹਾਰਾਜ ਸੰਸਾਰ 'ਚ ਦੁਖੀ ਕੌਣ ਹੈ? 14ਵਾਂ ਸਵਾਲ ਸੀ। ਤਾਂ ਸਾਹਿਬ ਕਹਿੰਦੇ ਜਿਹੜੇ ਮਨ ਆਈਆਂ ਕਰਦੇ, ਜਿਹੜੇ ਮਨ ਖੁਦਰੀਆਂ ਕਰਦੇ, ਆਪਣੇ ਮਨ ਦੇ ਪਿੱਛੇ ਲੱਗਦੇ ਹਨ, ਗੁਰਾਂ ਦਾ ਬਚਨ ਨਹੀਂ ਮੰਨਦੇ, ਆਗਿਆ ਨਹੀਂ ਮੰਨਦੇ, ਮਨਮੁਖ ਸਦਾ ਹੀ ਦੁਖੀਆ ਦੁਖੀ ਨੇ ਇਸ ਸੰਸਾਰ ਦੇ ਵਿੱਚ। ਇੱਥੇ ਵੀ ਮਨ ਦੇ ਪਿੱਛੇ ਲੱਗਣ ਵਾਲੇ ਦੁਖੀ ਹਨ ਤੇ ਮਰਨ ਤੋਂ ਬਾਅਦ ਵੀ ਜੰਮਣ ਮਰਨ ਦਾ ਦੁੱਖ ਹੀ ਭੋਗਦੇ ਹਨ। ਗੁਰਮੁਖ ਸਨਮੁਖ। ਤੇ ਫਿਰ ਇਹ ਸੀ ਵੀ ਮਹਾਰਾਜ ਸਨਮੁਖ ਕੌਣ ਹੈ? 15ਵਾਂ ਸਵਾਲ। ਸਾਹਿਬ ਕਹਿੰਦੇ ਜਿਹੜਾ ਗੁਰਮੁਖ ਹੈ, ਗੁਰਮੁਖ ਪੁਰਖ ਸਦਾ ਹੀ ਸਾਵਧਾਨ ਹੋ ਕਰਕੇ ਸਨਮੁਖ ਰਹਿੰਦੇ ਨੇ ਪਰਮੇਸ਼ਰ ਦੇ। ਸਨਮੁਖ ਇਹ ਹੋਣਾ ਵੀ ਹਰ ਵੇਲੇ ਸਾਵਧਾਨ ਰਹਿਣਾ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ, ਪਰਮੇਸ਼ਰ ਨੂੰ ਅੰਗ ਸੰਗ ਜਾਣਨਾ, ਅਵੇਸਲੇ ਨਹੀਂ ਹੋਣਾ, ਦਿਲਦਰ ਨਹੀਂ ਪੈਣ ਦੇਣਾ, ਆਲਸ ਨਹੀਂ ਆਉਣ ਦੇਣਾ। ਐਵੇਂ ਆਲਸ ਤੋਂ ਰਹਿਤ ਹੋ ਕੇ ਸਾਵਧਾਨ ਹੋ ਕਰਕੇ ਜਿਹੜੇ ਗੁਰਮੁਖ ਉਹ ਪਰਮੇਸ਼ਰ ਦੇ ਹਜ਼ੂਰ ਸਨਮੁਖ ਰਹਿੰਦੇ ਹਨ। ਮਨਮੁਖ ਵੀ ਮੁਖੀਆ। ਤੇ 16ਵਾਂ ਸਵਾਲ ਸੀ ਵੀ ਬੇਮੁਖ ਕੌਣ ਹੈ? ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਮਨਮੁਖ, ਜਿਹੜਾ ਮਨ ਦੇ ਪਿੱਛੇ ਲੱਗਦਾ ਹੈ, ਮਨਮੁਖ ਬੇਮੁਖੀਆ। ਜਿਹੜੇ ਮਨ ਦੇ ਪਿੱਛੇ ਲੱਗ ਕੇ ਮਾੜੇ ਕੰਮ ਕਰਦੇ ਨੇ, ਗੁਰੂ ਦੀ ਆਗਿਆ ਨਹੀਂ ਮੰਨਦੇ, ਉਹ ਬੇਮੁਖੀਆ। ਉਹ ਕਹਿੰਦੇ ਵੀ ਵਾਹਿਗੁਰੂ ਤੋਂ ਬੇਮੁਖ ਹਨ। ਉਹ ਆਪ ਹੁਦਰੇ ਹੋਰ ਹੀ ਹੋਰ ਪੁੱਠੇ ਕੰਮਾਂ 'ਚ ਲੱਗੇ ਰਹਿੰਦੇ ਨੇ। ਭਾਵ ਸਮਝ ਲਓ ਵੀ ਜਿਹੜਾ ਗੁਰੂ ਦੀ ਆਗਿਆ ਨਹੀਂ ਮੰਨਦਾ ਉਹ ਮਨਮੁਖ ਹੈ, ਤੇ ਜਿਹੜਾ ਮਨਮੁਖ ਹੈ ਉਹ ਸਦਾ ਪਰਮੇਸ਼ਰ ਨਾਲੋਂ ਟੁੱਟਿਆ ਰਹਿੰਦਾ ਹੈ, ਵਾਹਿਗੁਰੂ ਨਾਲੋਂ ਬੇਮੁਖ ਰਹਿੰਦਾ ਏ। ਗੁਰਮੁਖ ਮਿਲਿਆ। ਤੇ ਫਿਰ ਇਹ ਸਵਾਲ ਸੀ ਵੀ ਮਹਾਰਾਜ ਵਾਹਿਗੁਰੂ ਨਾਲ ਕਿਵੇਂ ਮਿਲਿਆ ਜਾ ਸਕਦਾ? ਤਾਂ ਪਾਤਸ਼ਾਹ ਜੀ 17ਵੇਂ ਸਵਾਲ ਦਾ ਉੱਤਰ ਦਿੰਦੇ ਹਨ ਵੀ ਗੁਰਮੁਖ ਬਣ ਕੇ। ਜਿਹੜੇ ਗੁਰਮੁਖ ਨੇ ਉਹ ਸਦਾ ਵਾਹਿਗੁਰੂ ਨਾਲ ਮਿਲੇ ਰਹਿੰਦੇ ਹਨ। ਗੁਰਮੁਖ ਬਣ ਕੇ ਹੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਿਆ ਜਾਂਦਾ ਹੈ। ਗੁਰਮੁਖ ਬਣ ਕੇ ਵਾਹਿਗੁਰੂ ਨਾਲ ਮਿਲੀਦਾ ਹੈ, ਮਿਲਾਪ ਹੁੰਦਾ ਏ। ਮਨਮੁਖ ਵਿਛੜੈ। 4ਵਾਂ ਸਵਾਲ ਸੀ ਮਹਾਰਾਜ ਵਿਛੜਿਆ ਹੋਇਆ ਕੌਣ ਹੈ ਤੇ ਕਿਵੇਂ ਵਿਛੜਦਾ? ਤਾਂ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਨੇ ਇਹ ਪਰਮੇਸ਼ਰ ਨਾਲੋਂ ਵਿਛੜੇ ਹੋਏ ਹਨ, ਕਈ ਜਨਮਾਂ ਦੇ ਵਿਛੜੇ ਨੇ। ਮਨਮੁਖ ਤਾਈ ਕਰਕੇ ਵਾਹਿਗੁਰੂ ਦੇ ਨਾਲੋਂ
ਵਿਛੜ ਜਾਈਦਾ ਹੈ। ਮਨਮੁਖ ਹੋ ਕਰਕੇ ਵਾਹਿਗੁਰੂ ਨਾਲੋਂ ਕਹਿੰਦੇ ਵੀ ਤੋੜ ਵਿਛੋੜਾ ਹੋ ਜਾਂਦਾ ਏ। ਗੁਰਮੁਖ ਵਿਧ ਪ੍ਰਗਟਾਏ ਜੀਉ। ਫਿਰ ਕਹਿੰਦੇ ਸੀ ਵੀ ਮਹਾਰਾਜ ਇਹ ਵਿਧੀ ਜਿਹੜੀ ਹੈ ਇਹ ਵੀ ਵਾਹਿਗੁਰੂ ਨਾਲ ਵਿਛੜਨਾ ਕਿਵੇਂ ਹੁੰਦਾ, ਵਾਹਿਗੁਰੂ ਨਾਲ ਮਿਲਣਾ ਕਿਵੇਂ ਹੁੰਦਾ, ਇਹ ਜਿਹੜੀ ਵਿਧੀ ਹੈ ਜੁਗਤੀ ਨੂੰ ਕੌਣ ਦੱਸਦਾ ਹੈ? ਤਾਂ ਮਹਾਰਾਜ ਕਹਿੰਦੇ ਵੀ ਜਿਹੜਾ ਗੁਰਮੁਖ ਹੈ, ਹੇ ਸਿੱਧੋ ਹੇ ਗੁਰਸਿੱਖੋ, ਗੁਰਮੁਖ ਹੀ ਵਾਹਿਗੁਰੂ ਨਾਲ ਮਿਲਣ ਅਤੇ ਜੋ ਵਾਹਿਗੁਰੂ ਨਾਲੋਂ ਵਿਛੜਨ ਦੀ ਵਿਧੀ ਨੂੰ ਪ੍ਰਗਟ ਕਰਕੇ ਦੱਸ ਦਿੰਦਾ ਹੈ ਵੀ ਆਹ ਕੰਮ ਕਰਕੇ ਵਿਛੜ ਜਾਈਦਾ, ਆਹ ਕੰਮ ਕਰਕੇ ਵਾਹਿਗੁਰੂ ਨਾਲ ਮਿਲੀਦਾ ਹੈ। ਇਹ ਮਰਿਆਦਾ ਨੂੰ ਗੁਰਮੁਖ ਪ੍ਰਗਟ ਕਰਦੇ ਨੇ। 19ਵਾਂ ਸਵਾਲ ਦਾ ਉੱਤਰ ਏ ਗੁਰਮੁਖ ਅੱਖਰ ਜਿਤ ਧਾਰਤ ਰਹਿਤ। 20ਵਾਂ ਸਵਾਲ ਸੀ ਵੀ ਮਹਾਰਾਜ ਉਹ ਕਿਹੜਾ ਅੱਖਰ ਹੈ ਜਿਹਦੇ ਨਾਲ ਮਨ ਦੌੜਦਾ ਹੋਇਆ ਇੱਕ ਥਾਂ ਦੇ ਉੱਤੇ ਟਿਕਿਆ ਰਹਿੰਦਾ? ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਉਹ ਗੁਰਮੁਖ ਮੁਖੀ ਗੁਰਾਂ ਦੁਆਰਾ ਬਖਸ਼ਿਆ ਹੋਇਆ ਗੁਰਮੰਤਰ ਰੂਪੀ ਉਪਦੇਸ਼ ਰੂਪੀ ਹੀ ਅੱਖਰ ਹੈ। ਜੋ ਧੁਰੋਂ ਜਿਵੇਂ ਮਹਾਰਾਜ ਨੇ ਮੂਲ ਮੰਤਰ ਲਿਆ, ਪਰਮੇਸ਼ਰ ਵੱਲੋਂ ਮਿਲਿਆ ਗੁਰ ਮੰਤਰ, ਵਾਹਿਗੁਰੂ ਮੰਤਰ ਜੋ ਹੈ, ਮੂਲ ਮੰਤਰ ਜੋ ਹੈ, ਸਾਹਿਬ ਕਹਿੰਦੇ ਵੀ ਜਿਹੜੇ ਗੁਰਮੁਖ ਬਣ ਕੇ ਇਸ ਅੱਖਰ ਦਾ ਅਭਿਆਸ ਕਰਦੇ ਨੇ, ਜਿਹੜੇ ਗੁਰਮੁਖ ਬਣ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਹਨ, ਉਹਨਾਂ ਦਾ ਦੌੜਦਾ ਮਨ ਇੱਕ ਥਾਂ ਤੇ ਕਹਿੰਦੇ ਵੀ ਟਿਕ ਜਾਂਦਾ, ਦੌੜਨ ਵੱਲੋਂ ਰਹਿ ਜਾਂਦਾ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਉਹ ਮੁਖੀ ਗੁਰਾਂ ਦਾ ਬਖਸ਼ਿਆ ਹੋਇਆ ਨਾਮ ਰੂਪੀ ਉਪਦੇਸ਼ ਰੂਪੀ ਅੱਖਰ ਹੀ ਹੈ, ਜਿਹਨੂੰ ਕਮਾਉਣ ਦੇ ਨਾਲ ਜੀਵ ਦਾ ਦੌੜਦਾ ਹੋਇਆ ਜਿਹੜਾ ਮਨ ਹੈ ਉਹ ਦੌੜਨ ਵੱਲੋਂ ਰਹਿਤ ਹੋ ਕੇ ਇੱਕ ਥਾਂ ਤੇ ਟਿਕ ਜਾਂਦਾ ਹੈ। ਗੁਰਮੁਖ ਉਪਦੇਸ਼ ਦੁਖ ਸੁਖ ਸਾਨ ਸਹਿਤ। ਫਿਰ ਮਹਾਰਾਜ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਵੀ ਮਹਾਰਾਜ ਉਹ ਕਿਹੜਾ ਉਪਦੇਸ਼ ਹੈ ਜਿਹਨੂੰ ਮੰਨ ਕੇ ਦੁੱਖ ਸੁੱਖ ਨੂੰ ਸਮ ਸਹਾਰ ਲਈਦਾ ਹੈ? ਤਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ 21ਵੇਂ ਸਵਾਲ ਦਾ ਉੱਤਰ ਦਿੰਦੇ ਆ ਕਹਿੰਦੇ ਹਨ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ। ਕਹਿੰਦੇ ਵੀ ਉਹ ਮੁਖੀ ਗੁਰਾਂ ਦੁਆਰਾ ਬਖਸ਼ਿਆ ਹੋਇਆ ਉਪਦੇਸ਼ ਹੈ, ਉਹ ਮੁਖੀ ਗੁਰਾਂ ਦੁਆਰਾ ਬਖਸ਼ੀ ਹੋਈ ਸਿੱਖਿਆ ਹੈ, ਜਿਸ ਕਰਕੇ ਇਹ ਜੀਵ ਦਾ ਮਨ ਦੁੱਖ ਸੁੱਖ ਦੇ ਵਿੱਚ ਸਮਾਨ ਹੋ ਕੇ ਦੁੱਖ ਸੁੱਖ ਨੂੰ ਸਹਾਰ ਲੈਂਦਾ ਹੈ। ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ। ਉਹ ਗੁਰਮੁਖਾਂ ਦੀ ਚਾਲ ਹੈ, ਗੁਰੂ ਸਾਹਿਬ ਦੁਆਰਾ ਬਖਸ਼ੀ ਹੋਈ ਉਹ ਮਰਿਆਦਾ ਹੈ, ਗੁਰੂ ਸਾਹਿਬ ਦੁਆਰਾ ਬਖਸ਼ਿਆ ਹੋਇਆ ਹੀ ਉਹ ਉਪਦੇਸ਼ ਹੈ। ਇਹ ਚਾਲ ਦਾ ਨਾਮ ਹੁੰਦਾ ਮਰਿਆਦਾ ਦਾ। ਕਿ ਇਹਨਾਂ ਨੇ ਸਵਾਲ ਕੀਤਾ ਸੀ ਵੀ ਉਹ ਕਿਹੜੀ ਚਾਲ ਹੈ? ਉਹ ਮਹਾਰਾਜ ਜੀ ਉਹ ਕਿਹੜੀ ਮਰਿਆਦਾ ਹੈ ਜਿਹਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਜਾ ਸਕਦਾ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਵੀ ਉਹ ਮੁਖੀ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਜਿਹੜੀ ਮਰਿਆਦਾ ਹੈ ਪ੍ਰੇਮਾ ਭਗਤੀ ਦੀ, ਇਹ ਪ੍ਰੇਮਾ ਭਗਤੀ ਦੀ ਮਰਿਆਦਾ ਵਿੱਚ ਚੱਲਣ ਵਾਲਾ ਹੀ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦਾ ਹੈ, ਵਾਹਿਗੁਰੂ ਦਾ ਧਿਆਨ ਕਰਦਾ ਏ, ਪਰਮੇਸ਼ਰ ਦੇ ਕਹਿੰਦੇ ਵੀ ਚਿੰਤਨ ਦੇ ਵਿੱਚ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਗੁਰਮੁਖਾਂ ਦੀ ਚਾਲ, ਗੁਰੂ ਦੀ ਮਰਿਆਦਾ ਬਖਸ਼ੀ ਜੋ ਪ੍ਰੇਮਾ ਭਗਤੀ ਹੈ ਉਹ ਤੇ ਚੱਲਣ ਵਾਲਾ ਹੀ ਵਾਹਿਗੁਰੂ ਨੂੰ ਧਿਆਉਂਦਾ ਹੈ ਸਦਾ। ਗੁਰਮੁਖ ਕੀਰਤਨ ਗਾਏ ਜੀਉ। ਤੇ ਸਮਾਪਤੀ ਕਰਦੇ ਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਪੁੱਛਿਆ ਸੀ ਮਹਾਰਾਜ ਵਾਹਿਗੁਰੂ ਦਾ ਕੀਰਤਨ ਕੌਣ ਕਰਦੇ ਨੇ, ਕੌਣ ਗਾਉਂਦੇ ਨੇ? ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਵੀ ਜਿਹੜੇ ਗੁਰਮੁਖ ਨੇ, ਭਾਵ ਗੁਰੂ ਦੀ ਆਗਿਆ ਵਿੱਚ ਚੱਲਣ ਦੇ ਨਾਲ ਹੀ ਸਦਾ ਪਰਮੇਸ਼ਰ ਦੀ ਮਹਿਮਾ ਵਡਿਆਈ ਦਾ ਜਿਹੜਾ ਕੀਰਤਨ ਹੈ ਗਾਏ ਜੀਓ, ਗਾਇਆ ਜਾਂਦਾ। ਕੀਰਤਨ ਤੋਂ ਭਾਵ ਵਾਹਿਗੁਰੂ ਦੀ ਮਹਿਮਾ, ਭਾਵ ਗੁਰਮੁਖ ਹੀ ਪਰਮੇਸ਼ਰ ਦੀ ਬੰਦਗੀ ਕਰ ਸਕਦੇ, ਗੁਰਮੁਖ ਹੀ ਵਾਹਿਗੁਰੂ ਦਾ ਜਸ ਕਰ ਸਕਦੇ, ਹੋਰ ਕਿਸੇ ਕੋ ਜਸ ਹੋ ਨਹੀਂ ਸਕਦਾ। ਗੁਰਮੁਖ ਹੀ ਵਾਹਿਗੁਰੂ ਦੀ ਸਾਧ ਸੰਗਤ ਉਸਤਤੀ ਕਰਦੇ ਨੇ, ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਣ ਵਾਲਾ। ਸੋ ਇਸ ਪ੍ਰਕਾਰ ਦੇ ਨਾਲ ਜੋ 24 ਸਵਾਲ ਕਹੇ ਸਨ, ਹੁਣ ਇਹ ਗਿਣਤੀ ਮਿਣਤੀ 'ਚ ਕਈ ਵਾਰ ਹੋ ਸਕਦਾ ਵੀ ਇੱਕ ਅੱਧਾ ਅੱਗੇ ਪਿੱਛੇ ਹੋ ਜੇ, ਪਰ ਉਹ ਤੁਕਾਂ ਦੇ ਹਿਸਾਬ ਨਾਲ ਪਹਿਲੀਆਂ 4 ਤੁਕਾਂ ਸਵਾਲ ਨੇ, ਅਗਲੀਆਂ ਵਾਹਿਗੁਰੂ ਪਹਿਲੀਆਂ 4 ਪੌੜੀਆਂ ਸਵਾਲ ਹਨ ਇਸ ਸ਼ਬਦ ਦੀਆਂ,
ਅਗਲੀਆਂ 4 ਪੌੜੀਆਂ ਜਿਹੜੀਆਂ ਹਨ ਉਹ ਉੱਤਰ ਹਨ। ਜਦੋਂ ਪੜ੍ਹੀਏ ਨਾ, ਪਾਠ ਕਰੀਏ, ਆਪੇ ਪਤਾ ਲੱਗਦਾ ਜਾਂਦਾ ਵੀ ਇਹ ਫਲਾਣੇ ਸਵਾਲ ਦਾ ਆਹ ਉੱਤਰ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖ ਹੀ ਹਨ ਜਿਹੜੇ ਵਾਹਿਗੁਰੂ ਦੇ ਕੀਰਤਨ ਨੂੰ ਗਾਉਂਦੇ ਹਨ ਜੀ, ਜਿਹੜੇ ਸਦਾ ਪਰਮੇਸ਼ਰ ਦੀ ਵਡਿਆਈ ਕਰਦੇ ਹਨ। ਸਗਲੀ ਬਣਤ ਬਣਾਈ ਆਪੇ। ਹੁਣ ਆਪਣੇ ਵੱਲੋਂ ਮਹਾਰਾਜ ਸਾਹਿਬ ਜੀ ਉਹ ਸਵਾਲਾਂ ਤੋਂ ਸੁਤੰਤਰ ਉਪਦੇਸ਼ ਦਿੰਦੇ ਨੇ। ਕਹਿੰਦੇ ਹੇ ਸਿੱਧੋ, ਹੇ ਗੁਰਸਿੱਖੋ, ਸਾਰੀ ਜਿਹੜੀ ਬਣਤਰ ਹੈ ਨਾ ਸੰਸਾਰ ਦੀ, ਗੁਰਮੁਖਾਂ ਨੂੰ ਇਸ ਗੱਲ ਦਾ ਨਿਸ਼ਚਾ ਹੈ ਵੀ ਇਹ ਪਰਮੇਸ਼ਰ ਨੇ ਆਪੇ ਆਪ ਹੀ ਬਣਾਈ ਹੈ। ਸਾਰੇ ਜਗਤ ਦੀ ਬਣਾਵਟ ਵਾਹਿਗੁਰੂ ਨੇ ਬਣਾਈ ਹੈ। ਆਪੇ ਕਰੀ ਕਰਾਈ ਥਾਪੀ। ਤੇ ਆਪ ਹੀ ਪਰਮੇਸ਼ਰ ਨੇ ਜਗਤ ਨੂੰ ਥਾਪਣਾ ਕੀਤਾ ਹੈ, ਅਸਥਿਤ ਕੀਤਾ ਹੈ ਬਣਾ ਕਰਕੇ। ਆਪ ਹੀ ਵਾਹਿਗੁਰੂ ਹੁਕਮ ਕਰਕੇ ਇਹਨਾਂ ਸਾਰਿਆਂ ਦੀ ਪਾਲਣਾ ਕਰਾ ਰਿਹਾ ਹੈ ਤੇ ਆਪ ਹੀ ਫਿਰ ਇਹਨਾਂ ਸਾਰਿਆਂ ਜੀਵਾਂ ਦੀ ਲੈਤਾ ਕਰਦਾ ਏ। ਇੱਕ ਸਤਿ ਹੋਇਓ ਅਨੰਤ। ਵਾਹਿਗੁਰੂ ਇੱਕੋ ਰੂਪ ਹੀ ਹੈ। ਉਸ ਇੱਕ ਤੋਂ ਹੀ ਅਨੰਤ ਅੰਤ ਤੋਂ ਰਹਿਤ ਜਿਹੜੇ ਸੰਸਾਰ ਦੇ ਜੀਵ ਪੈਦਾ ਹੋਏ ਹਨ। ਨਾਨਕ ਏਕ ਸਮਾਹੀ ਸਮਾਏ ਜੀਉ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇਸ ਤਰ੍ਹਾਂ, ਨਾਨਕ ਏਕ ਸਮਾਹੇ ਸਮਾਏ ਜੀਓ, ਵੀ ਜਿਹੜੇ ਗੁਰਮੁਖ ਐਸੀ ਭਾਵਨਾ ਸਮਝ ਲੈਂਦੇ ਨੇ ਉਹ ਇੱਕ ਪਰਮੇਸ਼ਰ ਦੇ ਮਾਹੇ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ ਨੇ। ਜਾਂ ਗੁਰਮੁਖਾਂ ਦਾ ਨਿਸ਼ਚਾ ਹੈ ਵੀ ਇੱਕ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ ਏ ਤੇ ਅਖੀਰ ਨੂੰ ਜਦੋਂ ਵਾਹਿਗੁਰੂ ਮਹਾਪਰਲੇ ਕਰਦਾ ਹੈ, ਇੱਕ ਮਹਾਪਰਲੇ ਦਾ ਸਮਾਂ ਤੇ ਇੱਕ ਜਦੋਂ ਇਹ ਗੁਰਮੁਖ ਬਣਦਾ ਹੈ, ਉਦੋਂ ਇੱਕ ਵਾਹਿਗੁਰੂ ਦੇ ਵਿੱਚ ਹੀ ਸਾਰੇ ਵਾਪਸ ਸਮਾ ਜਾਂਦੇ ਹਨ ਜੀ, ਵਾਹਿਗੁਰੂ ਵਿੱਚ ਹੀ ਲੀਨ ਹੋ ਜਾਂਦੇ ਹਨ। ਸੋ ਇਸ ਕਰਕੇ ਪਰਮੇਸ਼ਰ ਵਿੱਚ ਲੀਨਤਾ ਜਿਹੜੀ ਲੈਣ ਵਾਸਤੇ ਵੀ ਮਾਲਕ ਦੀ ਵਡਿਆਈ ਮਿਲੇ, ਕਹਿੰਦੇ ਗੁਰਮੁਖ ਬਣੀਏ। ਜਦੋਂ ਗੁਰਮੁਖ ਬਣਾਂਗੇ ਫੇਰ ਹੀ ਸਾਨੂੰ ਦਾਤ ਮਿਲੇਗੀ। ਇਹ ਕਹਿਣ ਦੀ ਵਾਹਿਗੁਰੂ 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 ਵਾਹਿਗੁਰੂ। ਇਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਮਾਝ ਰਾਗ ਦੀ ਪਵਿੱਤਰ ਅਸ਼ਟਪਦੀਆਂ ਬਾਣੀ ਦੇ ਵਿੱਚ ਇਹ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਅਸਲ ਵਿੱਚ ਜਗਿਆਸੂ ਦੇ ਜਿਹੜੇ ਸਵਾਲ ਹੁੰਦੇ ਨੇ ਉਹ ਸਾਰੇ ਸਵਾਲ ਵੀ ਮਹਾਰਾਜ ਨੇ ਇਹਦੇ ਵਿੱਚ ਲੈ ਲਏ ਤੇ ਉੱਤਰ ਵੀ ਸਤਿਗੁਰਾਂ ਨੇ ਬਖਸ਼ ਦਿੱਤਾ। ਕਈ ਸ਼ੰਕੇ ਇੱਕ ਸ਼ਬਦ ਪੜ੍ਹਨ ਦੇ ਨਾਲ ਹੀ ਨਿਕਲ ਜਾਂਦੇ ਹਨ। ਕਿੰਨੇ ਸਵਾਲਾਂ ਦਾ ਉੱਤਰ ਇੱਕ ਸ਼ਬਦ ਪੜ੍ਹ ਕੇ ਹੀ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਲੋਕ ਪਰਲੋਕ ਸਹਿਲਾ ਹੋਵੇ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ਣਹਾਰ ਹੈ, ਬਖਸ਼ ਲੈਣਾ। ਸਗਲੀ ਬਣਤ ਬਣਾਈ ਆਪੇ, ਆਪੇ ਕਰੀ ਕਰਾਈ ਥਾਪੇ। ਇੱਕ ਸਦੇ ਹੋਇਓ ਅਨੰਤ, ਨਾਨਕ ਏਕ ਸਮਾਹੀ ਸਮਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ